ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਬਹੁਤ ਦਿਨਾਂ ਤੋਂ ਤੁਸੀਂ ਕਿਸਾਨਾਂ ਦੀਆਂ ਬਹੁਤ ਖਬਰਾਂ ਸੋਸ਼ਲ ਮੀਡੀਆ ਤੇ ਦੇਖੀਆਂ ਹੋਣਗੀਆਂ। ਮੇਨ ਸਟ੍ਰੀਮ ਮੀਡੀਆ ਦੇ ਵਿੱਚੋਂ ਇਹ ਖਬਰਾਂ ਗਾਇਬ ਨੇ। ਦੇਸ਼ ਦੇ ਕੌਮੀ ਮੀਡੀਆ ਦੇ ਕੋਲ ਕੰਗਣਾ ਰਣਾਵਤ, ਰੀਆ ਚੱਕਰਵਰਤੀ, ਸੁਸ਼ਾਂਤ ਸਿੰਘ ਜਾਂ ਫਿਰ BMC ਦੇ ਨਾਲ ਮੁੱਦੇ ਜੁੜੇ ਹੋਏ ਨੇ। ਖੇਤੀ ਆਰਡੀਨੈਂਸ ਜਾਂ ਫਿਰ ਕਿਸਾਨਾਂ ਦੀਆਂ ਖਬਰਾਂ ਇਹਦੇ 'ਚੋਂ ਮੰਨਫੀ ਨੇ। ਪਰ ਵੱਡੀ ਚੀਜ਼ ਜੋ ਮੰਨਫੀ ਹੈ ਉਹ ਖੇਤ ਮਜ਼ਦੂਰ ਵੀ ਨੇ। ਖੇਤ ਮਜ਼ਦੂਰ ਪੰਜਾਬ ਦੇ ਵਿੱਚ ਲਗਾਤਾਰ ਆਪਦੇ ਹੱਕਾਂ ਵਾਸਤੇ ਲੜਦੇ ਆ ਰਹੇ ਨੇ। ਖਾਸ ਤੌਰ ਤੇ ਅੱਜ ਗੱਲ ਖੇਤ ਮਜ਼ਦੂਰਾਂ ਦੇ ਕਰਜ਼ੇ ਦੀ ਕਰਾਂਗੇ। ਖੇਤ ਮਜ਼ਦੂਰ ਅਕਸਰ ਮਾਈਕਰੋ ਫਾਈਨਾਂਸ ਕੰਪਨੀਆਂ ਜਿਹੜੀਆਂ ਹੁੰਦੀਆਂ ਉਹਨਾਂ ਤੋਂ ਕਰਜ਼ਾ ਲੈਂਦੇ ਨੇ। ਇਹ ਕਰਜ਼ਾ ਕਈ ਤਰੀਕਿਆਂ ਦੇ ਨਾਲ ਦਿੱਤਾ ਜਾਂਦਾ ਹੈ। ਕਈ ਵਾਰੀ ਇਹ ਡਾਇਰੈਕਟ ਕਰਜ਼ਾ ਦਿੱਤਾ ਜਾਂਦਾ ਜਿਹਦੇ 'ਚ ਚੈੱਕ ਲੈ ਲਏ ਜਾਂਦੇ ਆ। ਇਹ ਚੈੱਕ ਜਿਹੜੇ ਹੁੰਦੇ ਆ ਬਲੈਂਕ ਲਏ ਜਾਂਦੇ ਆ। ਜਦੋਂ ਖੇਤ ਮਜ਼ਦੂਰ ਕਰਜ਼ਾ ਵਾਪਸ ਨਹੀਂ ਕਰ ਪਾਉਂਦਾ, ਜ਼ਿਆਦਾਤਰ ਹੁੰਦਾ ਇਹ ਹੈ ਕਿ ਜਦੋਂ ਕਿਸ਼ਤ ਟੁੱਟਦੀ ਹੈ ਤਾਂ ਰੋਜ਼ਾਨਾ 100 ਰੁਪਏ ਦੇ ਹਿਸਾਬ ਤੇ ਕਿਸ਼ਤ ਦੇ ਵਿੱਚ ਉਹ ਪੈਸੇ ਐਡ ਕਰ ਲਏ ਜਾਂਦੇ ਆ। ਮਿਸਾਲ ਦੇ ਤੌਰ ਤੇ ਜੇ 20,000 ਰੁਪਏ ਦਾ ਕੋਈ ਕਰਜ਼ਾ ਲਿਆ ਔਰ ਮਹੀਨੇ ਦੀ ਕਿਸ਼ਤ 1000 ਰੁਪਇਆ ਜਾਂਦੀ ਹੈ ਤਾਂ ਜੇਕਰ ਜਿੰਨੇ ਦਿਨ ਕਿਸ਼ਤ ਟੁੱਟਦੀ ਹੈ 100 ਰੁਪਇਆ ਉਹਨੇ ਦਿਨਾਂ ਦਾ ਐਡ ਕਰ ਲਿਆ ਜਾਂਦਾ ਹੈ। ਇਸ ਦੇ ਵਿੱਚ ਵੀ ਤੁਹਾਨੂੰ ਮਿਸਾਲ ਦੇ ਦਿੰਦੇ ਆ। ਜੇ ਹਰ 1 ਤਰੀਕ ਨੂੰ ਕਿਸ਼ਤ ਦੇ ਪੈਸੇ ਦੇਣੇ ਹੁੰਦੇ ਆ ਔਰ ਜੇਕਰ ਖੇਤ ਮਜ਼ਦੂਰ 9 ਤਰੀਕ ਨੂੰ ਜਾਂ 10 ਤਰੀਕ ਨੂੰ ਉਹ ਪੈਸੇ ਦਿੰਦਾ ਹੈ, 9 ਦਿਨ ਕਿਸ਼ਤ ਲੇਟ ਹੁੰਦੀ ਹੈ ਜਾਂ ਟੁੱਟਦੀ ਹੈ ਤਾਂ ਰੋਜ਼ ਦੇ 100 ਰੁਪਏ ਦੇ ਹਿਸਾਬ ਤੇ 900 ਰੁਪਇਆ ਜਾਂ 1000 ਰੁਪਇਆ ਜੋੜ ਕੇ ਉਹਦੇ ਤੋਂ ਵਸੂਲਿਆ ਜਾਂਦਾ ਹੈ। ਬਹੁਤ ਸਾਰੇ ਜੋ ਮਾਈਕਰੋ ਫਾਈਨਾਂਸ ਕੰਪਨੀਆਂ ਉਹ ਖੇਤ ਮਜ਼ਦੂਰਾਂ ਖਾਸ ਤੌਰ ਤੇ ਮਹਿਲਾਵਾਂ ਨੂੰ ਟਾਰਗੇਟ ਕਰਦੀਆਂ। ਇੱਕ ਮਹਿਲਾ ਨੂੰ ਗਰੁੱਪ ਬਣਾਉਣ ਵਾਸਤੇ ਕਿਹਾ ਜਾਂਦਾ ਹੈ, ਉਹ ਬਹੁਤ ਵੱਡਾ ਗਰੁੱਪ ਬਣਾਉਂਦੀ ਹੈ 12 ਤੋਂ 13 ਔਰਤਾਂ ਦਾ। ਉਸ ਮਹਿਲਾ ਦੇ ਗਰੰਟੀ ਦੇ ਉੱਤੇ ਬਾਕੀ ਮਹਿਲਾਵਾਂ ਨੂੰ ਕਰਜ਼ਾ ਦੇ ਦਿੱਤਾ ਜਾਂਦਾ ਹੈ ਤੇ ਫਿਰ ਕਈ ਵਾਰੀ ਮਹੀਨੇ 'ਚ 2 ਵਾਰੀ ਕਿਸ਼ਤ, ਕਈ ਵਾਰੀ ਵੀਕਲੀ ਕਿਸ਼ਤ ਤੇ ਕਈ ਕੰਪਨੀਆਂ ਤਾਂ ਐਸੀਆਂ ਜਿਹੜੀਆਂ ਰੋਜ਼ਾਨਾ ਕਿਸ਼ਤ ਲੈਂਦੀਆਂ। ਰੋਜ਼ਾਨਾ ਬੰਦੇ ਆਉਂਦੇ ਨੇ। ਅਨਆਰਗੇਨਾਈਜ਼ਡ ਲੋਨ ਵੀ ਇਹਦੇ ਵਿੱਚ ਚੱਲਦਾ ਤੇ ਆਰਗੇਨਾਈਜ਼ਡ ਲੋਨ ਵੀ ਇਹਦੇ ਵਿੱਚ ਚੱਲਦਾ ਹੈ। ਖੇਤ ਮਜ਼ਦੂਰ ਇਸੇ ਲੋਨ ਕੰਪਨੀਆਂ ਤੋਂ ਕੋਵਿਡ ਦੇ ਦਿਨਾਂ 'ਚ ਤੰਗ ਆਏ ਨੇ। ਪਿਛਲੇ 5-6 ਮਹੀਨਿਆਂ ਤੋਂ ਕੰਮ ਨਹੀਂ ਆ। ਬਿਲਕੁਲ ਕੰਮ ਨਾ ਹੋਣ ਕਰਕੇ ਇਹ ਕਿਸ਼ਤਾਂ ਨਹੀਂ ਤਾਰੀਆਂ ਜਾਂਦੀਆਂ ਪਰ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਗਈ। ਸਗੋਂ ਇਹਨਾਂ ਲੋਕਾਂ ਤੋਂ ਵੱਧ ਪੈਸੇ 5-5 ਗੁਣਾ ਵਿਆਜ ਜਿਹੜਾ ਉਹ ਵਸੂਲਿਆ ਜਾਂਦਾ ਹੈ। ਸਿਰਫ ਇਹੀ ਨਹੀਂ, ਬਿਜਲੀ ਸੋਧ ਬਿੱਲ ਹੁਣ ਕੇਂਦਰ ਲੈ ਕੇ ਆ ਰਹੀ ਹੈ ਤਾਂ ਉਹਦੇ ਵਿੱਚ ਖੇਤ ਮਜ਼ਦੂਰਾਂ ਨੂੰ ਇਹ ਲੱਗਦਾ ਹੈ ਕਿ ਜਿੱਥੇ 400 ਯੂਨਿਟ ਤੱਕ ਦੀ ਰਹਿਤ ਉਹਨਾਂ ਨੂੰ ਸਬਸਿਡੀ ਦੀ ਸੀਗੀ ਜਾਂ ਦਿੱਲੀ ਵਰਗੇ ਸੂਬੇ ਦੇ ਵਿੱਚ, ਫਿਲਹਾਲ ਅਸੀਂ ਪੰਜਾਬ ਦੀ ਗੱਲ ਕਰ ਰਹੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਕੇਂਦਰ ਬਿਜਲੀ ਸੋਧ ਬਿੱਲ ਲੈ ਆਊਗੀ, ਪ੍ਰਾਈਵੇਟਾਈਜੇਸ਼ਨ ਵੀ ਹੋ ਜੂ ਜੇ ਬਿਜਲੀ ਦੀ, ਤਾਂ ਸਾਨੂੰ ਉਹ ਰਿਆਤ ਨਹੀਂ ਮਿਲਣੀ। ਇਸ ਤੋਂ ਇਲਾਵਾ ਪਲਾਟਾਂ ਦੀ ਗੱਲ ਸੀ, 10 ਮਰਲੇ ਦੇ ਪਲਾਟ ਦੇਣ ਦੀ ਗੱਲ ਸੀ, ਉਹ 5 ਦੀ ਸਰਕਾਰ ਗੱਲ ਕਰਦੀ ਹੈ। ਤਾਂ ਇਹਨਾਂ तमाम ਮੁੱਦਿਆਂ ਨੂੰ ਲੈ ਕੇ ਮੋਗਾ ਦੇ ਵਿੱਚ ਅੱਜ ਖੇਤ ਮਜ਼ਦੂਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਪਹਿਲਾਂ ਉਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। मैं बलवंत सिंह बाघा पुराना पंजाब खेत मजदूर ਦਾ सूबा कमेटी मैंबर सर ਜਿਹੜਾ ਤੁਹਾਡਾ ਧਰਨਾ ਲਗਾਇਆ ਜਾ ਰਿਹਾ ਹੈਗਾ ਕਾਫੀ ਲੰਬੇ ਤੋਂ ਸੰਘਰਸ਼ ਚੱਲ ਰਿਹਾ ਹੈਗਾ, ਅੱਜ ਵੀ ਧਰਨਾ ਲਗਾਇਆ, ਇਹਦੇ ਬਾਰੇ ਨਹੀਂ ਗੱਲ। ਅੱਜ ਦਾ ਜੋ ਅਸੀਂ ਧਰਨਾ ਲਗਾਇਆ ਖੇਤ ਮਜ਼ਦੂਰਾਂ ਸਿਰ ਜਿਹੜੇ ਕਰਜ਼ੇ ਚੜੇ ਆ ਉਹਨਾਂ ਬਾਰੇ ਪਹਿਲਾਂ ਸਰਕਾਰ ਨੇ ਸਾਫ਼ ਪੱਲਾ ਝਾੜਤਾ। ਕਹਿੰਦੇ ਖੇਤ ਮਜ਼ਦੂਰਾਂ ਸਿਰ ਕਰਜ਼ੇ ਹੈ ਹੀ ਨਹੀਂਗੇ। ਜਦੋਂ ਖੇਤ ਮਜ਼ਦੂਰ ਜਥੇਬੰਦੀਆਂ ਨੇ ਇੱਕ ਸਾਂਝਾ ਪੈਂਫਲੇਟ ਕੱਢ ਕੇ ਵੰਡਿਆ, ਦੱਸਿਆ ਵੀ ਇੰਨੇ ਕਰਜ਼ੇ ਆ ਖੇਤ ਮਜ਼ਦੂਰਾਂ ਸਿਰ, ਸਰਕਾਰ ਨੂੰ ਮਜਬੂਰ ਹੋ ਕੇ ਮੰਨਣਾ ਪਿਆ ਵੀ 50,000 ਦੇ ਕਰਜ਼ੇ ਅਸੀਂ ਮਾफ़ ਕਰਾਂਗੇ। ਅਜੇ ਤੱਕ ਉਹਨਾਂ ਨੇ ਆਪਣੇ ਨੇੜਲਿਆਂ ਦੇ ਮਾफ़ ਕੀਤੇ ਆ, ਸਮੁੱਚੇ ਖੇਤ ਮਜ਼ਦੂਰਾਂ ਦੇ ਜਾਂ ਸੰਘਰਸ਼ੀ ਖੇਤ ਮਜ਼ਦੂਰਾਂ ਜਿਹੜੇ ਉਹਨਾਂ ਦੇ ਕਰਜ਼ੇ ਮਾफ़ ਨਹੀਂ ਕੀਤੇ। ਇਹਨਾਂ ਕਰਜ਼ਿਆਂ 'ਚ ਜੇ ਅਸੀਂ ਗੱਲ ਕਰੀਏ ਤਾਂ ਮਾਈਕਰੋ ਫਾਈਨਾਂਸ ਕੰਪਨੀਆਂ 24 ਰੁਪਏ ਉਧਰ ਕੇ 60 ਰੁਪਏ ਤੱਕ ਵਿਆਜ ਲੈਂਦੇ ਨੇ, ਬੇਹੱਦ ਲੁੱਟ ਕਰਦੀਆਂ ਨੇ। ਜੇ ਕਿਸੇ ਦੀ ਕਿਸ਼ਤ ਰਹਿੰਦੇ ਤਾਂ 100 ਰੁਪਇਆ ਹਰ ਰੋਜ਼ ਦਾ ਉਦੋਂ ਜਾਣੀ ਕਿ ਜੁਰਮਾਨਾ ਦੀ ਗੱਲ ਕਰਦੇ ਆ। ਸਾਡੇ ਖੇਤ ਮਜ਼ਦੂਰ ਤੇ ਪਿੰਡੂ ਮਜ਼ਦੂਰ ਐਡੀ ਵੱਡੀ ਪੱਧਰ ਤੇ ਅਲਝਾ ਲਏ। ਉਹਨਾਂ ਨੇ ਧੋਖੇ ਦੇ ਨਾਲ ਖਾਲੀ ਚੈੱਕ ਲੈ ਲਏ, ਕਿਹਾ ਇਹ ਸੀ ਤੁਹਾਡੇ ਖਾਤੇ ਘਲਾਵਾਂ ਕੋਈ ਬੈਂਕਾਂ ਦੇ ਵਿੱਚ। ਸਰਕਾਰੀ ਜ਼ਬਰ ਬੰਦ ਕਰੋ, ਪਿੰਡੂ ਦੇ ਖੇਤ ਮਜ਼ਦੂਰ ਦੇ ਚੱਲਦੀਆਂ ਤਾਂ ਜਿੰਦਾਬਾਦ। पंचायती जमीना का दौलता हिस्सा राखमा करो। पेंडू
ਦੇ ਖੇਤ ਮਜ਼ਦੂਰ ਜਥੇਬੰਦੀਆਂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਪਿੰਡ ਦੇ ਖੇਤ ਮਜ਼ਦੂਰ ਜਥੇਬੰਦੀਆਂ ਸਾਂਝਾ ਮੋਰਚਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਪੰਜਾਬ ਤੇ ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਪੰਜਾਬ ਤੇ ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਸ਼ਰਤ ਰਿਹਾ ਕਰੋ ਹੁਣ ਤੁਹਾਡੇ ਸਾਹਮਣੇ ਕੀ ਕਰ ਰਿਹਾ ਹੈ ਬਲਵੰਤ ਸਿੰਘ ਜੀ ਕੋਕਰੀ ਕਰਨ ਸਰਕਾਰੀ ਜ਼ਬਰ ਬੰਦ ਕਰੋ। ਇਸ ਗੱਲ ਤੋਂ ਜਾਣੀ ਕਿ ਪਰੇਸ਼ਾਨ ਆ ਉੱਥੇ ਉਹਨਾਂ 'ਚ ਰੋਸ ਵੀ ਵੱਧ ਰਿਹਾ, ਉਹ ਲਗਾਤਾਰ ਸੰਘਰਸ਼ਾਂ ਦੇ ਰਾਹ ਪਈਆਂ ਨੇ। ਅਗਲੀ ਗੱਲ ਅਸੀਂ ਮੰਗ ਕੀਤੀ ਸੀ ਸਰਕਾਰ ਤੋਂ ਵੀ 10 ਮਰਲੇ ਦਾ ਪਲਾਟ ਲੋੜਵੰਦਾਂ ਨੂੰ ਦਿੱਤਾ ਜਾਵੇ, ਤਾਂ ਸਰਕਾਰ ਨੇ 10 ਮਰਲੇ ਦੇ ਪਲਾਟ ਦੀ ਵੀ 5 ਮਰਲੇ ਦਾ ਐਲਾਨ ਕੀਤਾ, ਉਹ ਵੀ ਅਜੇ ਦਿੱਤੇ ਨਹੀਂ। ਹੈਰਾਨੀ ਦੀ ਗੱਲ ਇਹ ਹੈ ਪਹਿਲਾਂ ਕੱਟੇ ਹੋਏ ਜਿਹੜੇ ਪਲਾਟ ਆ ਖੇਤ ਮਜ਼ਦੂਰਾਂ ਦੇ ਨਾਮ ਬੋਲਦੇ ਆ, ਜ਼ਮੀਨਾਂ ਵਿਹਲੀਆਂ ਪਈਆਂ ਨੇ, ਉਹਨਾਂ ਤੇ ਵੀ ਕੋਈ ਨਕਸ਼ਾ ਬਣਾ ਕੇ ਜਿਹੜਾ ਹੈਗਾ ਪਲਾਟ ਉਹਨਾਂ ਨੂੰ ਦੇ ਨਹੀਂ ਰਹੇ, ਬਿਠਾ ਨਹੀਂ ਰਹੇ ਉਹ ਪਲਾਟਾਂ ਦੇ ਵਿੱਚ। ਇਹ ਸਾਡਾ ਯਾਨੀ ਕਿ ਅੱਜ ਦੀ ਮੰਗ ਹੈ। ਅਸੀਂ ਬਿਜਲੀ ਦੇ ਖਿਲਾਫ ਲੜੇ ਆ, ਸਾਡੀਆਂ ਜਥੇਬੰਦੀਆਂ 400 ਯੂਨਿਟ ਲੈ ਕੇ ਦਿੱਤੀ ਆ ਬਿਜਲੀ। ਹੁਣ ਉਹਨਾਂ ਨੇ ਬਿਜਲੀ ਦਾ ਸਾਰਾ ਜਿਹੜਾ ਸਿਸਟਮ ਜਾਂ ਕਾਨੂੰਨ ਬਦਲਤਾ, ਉਹ ਸਾਰਾ ਸੈਂਟਰ ਦੇ ਅਧੀਨ ਲਿਜਾਣ ਰਹੇ ਆ, ਤੇ ਜਿਹੜਾ ਉਹਨਾਂ ਨੇ ਹੁਣ ਕਾਨੂੰਨ ਬਣਾਇਆ ਉਹਦੇ ਨਾਲ ਸਾਡੇ ਖੇਤ ਮਜ਼ਦੂਰਾਂ ਦੀਆਂ ਉਹ ਨਹੀਂ ਜਿਹੜੀਆਂ ਸਬਸਿਡੀਆਂ ਮਿਲੀਆਂ ਉਹ ਰਹਿਣੀਆਂ ਨਹੀਂ, ਉਹਨਾਂ ਨੂੰ ਬਹਾਲ ਕਰਨ ਵਾਸਤੇ ਤੁਹਾਡੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਕੀ ਤੁਹਾਨੂੰ ਸਰਕਾਰ ਵੱਲੋਂ ਕੋਈ ਆਸ਼ਵਾਸਨ ਆਇਆ ਹੁਣ ਤੱਕ? ਸਾਡੇ ਵੱਲੋਂ ਲਗਾਤਾਰ ਧਰਨੇ ਦਿੱਤੇ ਆ, ਸਰਕਾਰ ਨੇ ਕੋਈ ਸੀਰੀਅਸ ਹੋ ਕੇ ਆ ਕੇ ਸਾਡੇ ਨਾਲ ਇਹ ਗੱਲ ਨਹੀਂ ਕੀਤੀ ਸਾਡੇ ਅੱਗੋਂ ਨਾਲ ਵੀ ਅਸੀਂ ਤੁਹਾਨੂੰ ਮੀਟਿੰਗ ਦਿੰਦੇ ਆ ਜਾਂ ਮੀਟਿੰਗ ਦੇ ਕੇ ਆ ਮਸਲੇ ਅਸੀਂ ਹੱਲ ਕਰਤੇ ਜਾਂ ਇੰਨੇ ਕਰ ਦਾਂਗੇ, ਅਜੇ ਤੱਕ ਇਹ ਨਹੀਂ। ਇਸ ਕਰਕੇ ਅਸੀਂ ਪੰਜਾਬ ਪੱਧਰ ਤੇ ਘੋਲ ਨੂੰ ਤੁਹਾਡੀ ਮੰਗ ਨਹੀਂ ਮੰਨੀ ਜਾਂਦੀ, ਅਗਲਾ ਕੀ ਤੁਹਾਡਾ ਕਦਮ ਹੋਊਗਾ ਜੀ? ਜੇ ਸਾਡੀ ਮੰਗ ਨਹੀਂ ਮੰਨੀ ਜਾਂਦੀ ਤਾਂ ਪੰਜਾਬ 'ਚ 5 ਪਿੰਡੂ ਦੇ ਖੇਤ ਮਜ਼ਦੂਰ ਜਥੇਬੰਦੀਆਂ ਜਿਹੜਾ ਸਾਂਝਾ ਮੋਰਚਾ ਬਣਾਇਆ, ਇੱਕ ਤਾਂ ਇਹਨੂੰ ਹੋਰ ਵਧਾਉਣ ਦਾ ਅੱਗੇ ਦੂਜੀਆਂ ਮਜ਼ਦੂਰ ਜਥੇਬੰਦੀਆਂ ਗੱਲਬਾਤ ਚੱਲ ਰਹੀ ਹੈ, ਤੇ ਇਹਨੂੰ ਕੋਈ ਪੱਕੇ ਮੋਰਚੇ 'ਚ ਬਦਲਦਾ, ਤਿੱਖੇ ਸੰਘਰਸ਼ਾਂ 'ਚ ਬਦਲਦਾ ਸਾਡਾ ਜਿਹੜਾ ਹੈਗਾ ਉਹ ਫੈਸਲਾ ਹੈਗਾ ਆਉਣ ਵਾਲੇ ਸਮੇਂ ਵਿੱਚ ਕਰਾਂਗੇ। ਕਿੱਥੇ ਪੱਕਾ ਮੋਰਚਾ ਲੱਗੇਗਾ ਜੀ? ਪੱਕਾ ਮੋਰਚਾ ਸਾਡਾ ਮੋਹਾਲੀ 'ਚ ਵੀ ਲੱਗ ਸਕਦਾ, ਪੱਕਾ ਮੋਰਚਾ ਪਟਿਆਲੇ ਵੀ ਲੱਗ ਸਕਦਾ। ਇਹ ਜਾਣੀ ਇਹਦੇ ਵਾਸਤੇ ਸਾਡੀਆਂ ਜਥੇਬੰਦੀਆਂ ਉਹ ਸੋਚ ਰਹੀਆਂ। ਆਓ ਜੀ। ਇਸ ਗੱਲ ਤੋਂ ਜਾਣੀ ਕਿ ਪਰੇਸ਼ਾਨ ਆ ਉੱਥੇ ਉਹਨਾਂ 'ਚ ਰੋਸ ਵੀ ਵੱਧ ਰਿਹਾ, ਉਹ ਲਗਾਤਾਰ ਸੰਘਰਸ਼ਾਂ ਦੇ ਰਾਹ ਪਈਆਂ ਨੇ। ਅਗਲੀ ਗੱਲ ਅਸੀਂ ਮੰਗ ਕੀਤੀ ਸੀ ਸਰਕਾਰ ਤੋਂ ਵੀ 10 ਮਰਲੇ ਦਾ ਪਲਾਟ ਲੋੜਵੰਦਾਂ ਨੂੰ ਦਿੱਤਾ ਜਾਵੇ, ਤਾਂ ਸਰਕਾਰ ਨੇ 10 ਮਰਲੇ ਦੇ ਪਲਾਟ ਦੀ ਵੀ 5 ਮਰਲੇ ਦਾ ਐਲਾਨ ਕੀਤਾ, ਉਹ ਵੀ ਅਜੇ ਦਿੱਤੇ ਨਹੀਂ। ਹੈਰਾਨੀ ਦੀ ਗੱਲ ਇਹ ਹੈ ਪਹਿਲਾਂ ਕੱਟੇ ਹੋਏ ਜਿਹੜੇ ਪਲਾਟ ਆ ਖੇਤ ਮਜ਼ਦੂਰਾਂ ਦੇ ਨਾਮ ਬੋਲਦੇ ਆ, ਜ਼ਮੀਨਾਂ ਵਿਹਲੀਆਂ ਪਈਆਂ ਨੇ, ਉਹਨਾਂ ਤੇ ਵੀ ਕੋਈ ਨਕਸ਼ਾ ਬਣਾ ਕੇ ਕਿਸੇ ਵੀ ਮੁਲਕ ਦਾ ਇਹ ਟੀਚਾ ਹੁੰਦਾ ਹੈ ਕਿ ਉਸਦੇ ਖੇਤ ਮਜ਼ਦੂਰ ਕਿਸਾਨ ਬਣਨ ਔਰ ਕਿਸਾਨੀ ਜਿਹੜੀ ਹੈ ਉਹ ਫਾਇਦੇ ਦਾ ਸੌਦਾ ਹੋਵੇ। ਪਰ ਸਾਡੇ ਮੁਲਕ ਦੀ ਤਰਾਸਦੀ ਰਹੀ ਹੈ ਕਿ ਸਾਡਾ ਕਿਸਾਨ ਖੇਤ ਮਜ਼ਦੂਰ ਬਣਦਾ ਗਿਆ। ਪਿਛਲੇ 2 ਦਹਾਕਿਆਂ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਕਿਸਾਨਾਂ ਦਾ ਖੇਤ ਮਜ਼ਦੂਰੀ ਵੱਲ ਆਉਣ ਦਾ ਵੱਡਾ ਨੰਬਰ ਹੈ। ਕਿਸਾਨ ਜਿਸ ਦਾ ਲਿਵਿੰਗ ਸਟੈਂਡਰਡ ਬਿਹਤਰ ਸੀ, ਉਸ ਦੇ ਖਰਚੇ ਪੂਰੇ ਨਹੀਂ ਹੋ ਰਹੇ, ਖੇਤੀ ਘਾਟੇ ਦਾ ਸੌਦਾ ਬਣੀ, ਜ਼ਮੀਨਾਂ ਘਟਦੀਆਂ ਗਈਆਂ, ਫਿਰ ਉਹ ਆਪ ਖੇਤ ਮਜ਼ਦੂਰੀ ਕਰਨ ਲੱਗ ਗਿਆ ਤੇ ਫਿਰ ਉਹਦੀਆਂ ਪੀੜ੍ਹੀਆਂ ਖੇਤ ਮਜ਼ਦੂਰੀ ਦੇ ਵਿੱਚ ਪੈ ਗਈਆਂ ਔਰ ਉਸ ਦੀ ਲਿਵਿੰਗ ਸਟੈਂਡਰਡ ਵੀ ਡਿੱਗਿਆ, ਕਮਾਈ ਦਾ ਸਾਧਨ ਵੀ ਬਿਲਕੁਲ ਘਟ ਗਿਆ, ਜ਼ਮੀਨ ਉਸ ਦੇ ਕੋਲੋਂ ਚਲੀ ਗਈ। ਬਹੁਤ ਵੱਡੀ ਗਿਣਤੀ 'ਚ ਜੋ ਖੇਤ ਮਜ਼ਦੂਰ ਹੈ ਉਸ ਦੇ ਸਿਰ ਤੇ ਕਰਜ਼ਾ ਹੈ। ਸਰਕਾਰ ਖੇਤ ਮਜ਼ਦੂਰਾਂ ਤੇ ਕਰਜ਼ਾ ਮਾਫ ਕਰਨ ਦੀ ਗੱਲ ਕਰਦੀ ਹੈ, ਪਰ ਖੇਤ ਮਜ਼ਦੂਰ ਪ੍ਰਾਈਵੇਟ ਫਾਈਨੈਂਸ ਕੰਪਨੀਆਂ, ਜ਼ਿਆਦਾਤਰ ਜਿਹੜੀਆਂ ਮਾਈਕਰੋ ਫਾਈਨੈਂਸ ਕੰਪਨੀਆਂ ਚੱਲਦੀਆਂ ਹੈ, ਉਹਨਾਂ ਤੋਂ ਤੰਗ ਨੇ, ਉਹਨਾਂ ਤੋਂ ਦੁਖੀ ਨੇ। ਇੱਕ ਹੋਰ ਔਰਤ ਇਸੇ ਸੰਘਰਸ਼ ਦੇ ਵਿੱਚ ਜੋ ਮੋਗਾ ਦੇ ਵਿੱਚ ਹੋਇਆ ਉਹ ਆਪਣੀ ਗੱਲ ਕਹਿ ਰਹੀ ਹੈ। ਉਸਨੇ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ। ਅਮਰਜੀਤ ਜੀ। ਅਮਰਜੀਤ ਜੀ, ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਮੁੱਖ ਮੰਗਾਂ ਜੀ? ਸਾਡੀਆਂ ਮੁੱਖ ਮੰਗਾਂ ਹੈ ਜੀ ਸਾਡੇ ਕਰਜ਼ੇ ਮਾਫ ਹੋਣੇ ਚਾਹੀਦੇ ਆ, ਕਿਸਾਨਾਂ ਨੂੰ ਜੋ ਵੀ ਸਾਡੀ ਮੰਗ ਆ ਸਾਡੀ ਮੰਗ ਪੂਰੀ ਹੋਣੀ ਚਾਹੀਦੀ ਹੈ। ਕਿੰਨੇ ਕਰਜ਼ੇ ਹੈਗੇ ਨੇ, ਕਿੰਨੀਆਂ? ਕਰਜ਼ੇ ਸਾਡੇ ਲੱਖ ਰੁਪਈਆ ਹੈ ਜੀ, ਕਿਸੇ ਤੋਂ 30 ਚੱਕਿਆ ਵਾ, ਕਿਸੇ ਤੋਂ 20 ਚੱਕਿਆ, ਕਿਸੇ ਤੋਂ 50 ਚੱਕਿਆ, ਸਾਡਾ ਇਹੀ ਕਰਜ਼ਾ ਕਾਹਦੇ ਹੈ। ਵਾਸਤੇ ਲਏ ਜੀ ਕਰਜ਼ੇ ਤੁਸੀਂ? ਕਰਜ਼ੇ ਸਾਡੇ ਆ ਫਾਈਨੈਂਸ ਕੰਪਨੀਆਂ ਤੋਂ ਜੀ। ਫਾਈਨੈਂਸ ਕੰਪਨੀ? ਹਾਂਜੀ ਫਾਈਨੈਂਸ ਉਹ ਕੰਪਨੀ। ਕਾਰੋਬਾਰ ਕਰਨ ਵਾਸਤੇ ਲਿੱਤੇ ਸੀਗੇ? ਹਾਂਜੀ ਕਾਰੋਬਾਰ ਆ, ਘਰਾਂ ਦੇ ਕਾਰੋਬਾਰ ਵਧਾਉਣ ਵਾਸਤੇ ਵੀ ਲਈ ਸੀ। ਹੁਣ ਕੀ ਮੰਗ ਕਿਉਂ ਮਾਫ ਕੀਤੇ ਜਾਣ ਤੁਸੀਂ ਕਾਰੋਬਾਰ? ਮਾਫ ਜੀ ਹੁਣ ਲੋਕਡਾਊਨ ਦਾ ਕਰਕੇ ਤੁਹਾਨੂੰ ਵੀ ਪਤਾ ਹੈ ਵੀ ਲੋਕਡਾਊਨ ਦੇ ਵਿੱਚ ਦੁਨੀਆ ਡਾਊਨ ਹੋ ਗਈ ਹੈ, ਕੋਈ ਕਾਰੋਬਾਰ ਨਹੀਂ ਚੱਲ ਰਿਹਾ ਹੈਗਾ, ਗਰੀਬਾਂ ਨੂੰ ਬਹੁਤ ਮੁਸ਼ਕਲ ਹੋਈ ਪਈ ਹੈ। ਜੇਕਰ ਤੁਹਾਡੀ ਮੰਗ ਨਹੀਂ ਮੰਨੀ ਜਾਂਦੀ ਫਿਰ ਅਗਲਾ ਕੀ ਕਰੋਗੇ? ਫਿਰ ਅਸੀਂ ਜੀ ਅੱਗੋਂ ਕਦਮ ਚੱਕਾਂਗੇ, ਜੋ ਵੀ ਸਾਡੇ ਤੋਂ ਹੋਇਆ ਗਰੀਬਾਂ ਤੋਂ ਤੁਹਾਨੂੰ ਪਤਾ ਹੀ ਹੈ ਵੀ ਦੁਗਾ ਸਾਡਾ ਸਾਸਨ ਵੱਧ ਨਹੀਂ ਸਕਦਾ, ਘਟਦਾ ਤਾਂ ਹੈ ਨਹੀਂ।
ਅੱਜ ਤੁਹਾਡਾ ਅਮਰਜੀਤ ਜੀ। ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਖੇਤ ਮਜ਼ਦੂਰਾਂ ਦੇ ਹਾਲਾਤ ਪੰਜਾਬ ਦੇ ਵਿੱਚ ਬਹੁਤੇ ਚੰਗੇ ਨਹੀਂ ਹੈ। ਪਿਛਲੇ 5-6 ਮਹੀਨਿਆਂ ਦੇ ਵਿੱਚ ਕੰਮ ਜਿਹੜਾ ਹੈ ਉਹ ਅਫੈਕਟ ਹੋਇਆ। ਹਾਲਾਂਕਿ ਝੋਨਾ ਲਾਉਣ ਵਾਸਤੇ ਅਕਸਰ ਜਦੋਂ ਝੋਨਾ ਲਾਉਣਾ ਸੀ ਇਹ ਕਿਹਾ ਗਿਆ ਕਿ ਬਿਹਾਰ ਤੇ ਯੂਪੀ ਤੋਂ ਬਹੁਤ ਜ਼ਿਆਦਾ ਲੇਬਰ ਆਉਂਦੀ ਹੈ ਔਰ ਉਹੀ ਲੇਬਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਕੰਮ ਕਰਦੀ ਹੈ, ਉਹ ਵਾਪਸ ਚਲੀ ਗਈ ਸੀ। ਤਾਂ ਫਿਰ ਬਹੁਤ ਸਾਰੇ ਲੋਕ ਸੋਚਣਗੇ ਕਿ ਪੰਜਾਬ ਦੇ ਵਿੱਚ ਖੇਤ ਮਜ਼ਦੂਰ ਕਿੱਥੇ ਹੈ। ਬਹੁਤ ਵੱਡੀ ਗਿਣਤੀ ਦੇ ਵਿੱਚ ਖੇਤ ਮਜ਼ਦੂਰ ਹੈ, ਉਹ ਆਪਣੇ ਪਰਿਵਾਰ ਪਾਲਦਾ ਹੈ, ਪਰ ਉਹ ਕਮਾਈ ਦੇ ਸਾਧਨ ਘੱਟ ਹੋਣ ਕਰਕੇ ਇਸ ਜਾਲ ਦੇ ਵਿੱਚ ਫਸਿਆ ਹੈ, ਕਿਉਂਕਿ ਬਹੁਤ ਜ਼ਿਆਦਾ ਕਮਾਈ ਨਾ ਹੋਣ ਕਰਕੇ ਉਸ ਦੇ ਹਾਲਾਤ ਜਿਹੜੇ ਹੈ ਉਹ ਬਹੁਤੇ ਚੰਗੇ ਨਹੀਂ ਹੈਗੇ। ਇੱਕ ਵਾਰ ਫਿਰ ਤੋਂ ਤੁਹਾਨੂੰ ਜਾਂਦੇ ਹੋਏ ਉਹ ਤਸਵੀਰਾਂ ਜ਼ਰੂਰ ਦਿਖਾਉਣੇ ਆ। ਮੋਗਾ ਦੇ ਵਿੱਚ ਇਹ ਪ੍ਰਦਰਸ਼ਨ ਹੋਇਆ। ਜੋਗਿੰਦਰ ਸਿੰਘ ਸਾਡੇ ਰਿਪੋਰਟਰ, ਉਹਨਾਂ ਦੀ ਇਹ ਰਿਪੋਰਟ ਹੈ। ਇੱਕ ਵਾਰ ਫਿਰ ਤੋਂ ਤੁਹਾਨੂੰ ਇਹ ਤਸਵੀਰਾਂ ਦਿਖਾ ਦਿੰਨੇ ਆ। ਪਿੰਡੂ ਦੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਪੰਚਾਇਤੀ ਜ਼ਮੀਨਾਂ ਦਾ ਦੌਲਤਾਂ ਦਾ ਹਿੱਸਾ ਰਾਖਵਾਂ ਕਰੋ। ਪਿੰਡੂ ਦੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਪਿੰਡੂ ਦੇ ਖੇਤ ਮਜ਼ਦੂਰ ਜਥੇਬੰਦੀਆਂ ਸਾਂਝਾ ਮੋਰਚਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਪੰਜਾਬ ਤੇ ਕੇਂਦਰ ਸਰਕਾਰ ਮੁਰਦਾਬਾਦ ਪੰਜਾਬ ਤੇ ਕੇਂਦਰ ਸਰਕਾਰ ਮੁਰਦਾਬਾਦ ਸ਼ਰਤ ਰਿਹਾ ਕਰੋ। ਹੁਣ ਤੁਹਾਡੇ ਸਾਹਮਣੇ ਜੀਤ ਰਿਹਾ ਬਲਵਿੰਦਰ ਸਿੰਘ ਜੀ ਕੋਕਰੀ ਕਰਾਂ ਪਲਾਟ ਲੈ ਕੇ ਰਹਾਂਗੇ। ਰਾਜਪਤੀ ਦੇ ਸਮਾਜਿਕ ਸਰਕਾਰੀ ਜਬਰ ਮੁਰਦਾਬਾਦ ਜਾਤ ਤੇ ਸਰਕਾਰੀ ਜਬਰ ਬੰਦ ਕਰੋ। ਪਿੰਡੂ ਦੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਪੰਚਾਇਤੀ ਖੇਤੀ ਘਾਟੇ ਦਾ ਸੌਦਾ ਕਿਵੇਂ ਬਣੀ ਹੈ ਇਸ ਦੀ ਇੱਕ ਮਿਸਾਲ ਤੁਹਾਨੂੰ ਦੇ ਦਿੰਨੇ ਆ। ਹਾਲਾਂਕਿ ਜਿਹੜੇ ਅੰਕੜੇ ਮੈਂ ਬੋਲਣ ਜਾ ਰਿਹਾ ਉਹਨਾਂ ਦੀ ਅਸੀਂ ਪੁਸ਼ਟੀ ਤਾਂ ਨਹੀਂ ਕਰਦੇ, ਪਰ ਸੋਸ਼ਲ ਮੀਡੀਆ ਦੇ ਉੱਤੇ ਇਹ ਅੰਕੜੇ ਅੱਜ ਕੱਲ੍ਹ ਖੂਬ ਵਾਇਰਲ ਹੋ ਰਹੇ ਆ। ਜਸਵੰਤ ਸਿੰਘ ਲਵਲੀ ਦੁਲਚੀਪੁਰੀਆ ਸਾਹਿਬ ਦੇ ਵੱਲੋਂ ਇਹ ਲਿਖੇ ਹੋਏ ਐਸਾ ਇੱਕ ਮੈਸੇਜ ਸੋਸ਼ਲ ਮੀਡੀਆ ਦੇ ਉੱਤੇ ਕਿਸਾਨ ਜਥੇਬੰਦੀਆਂ ਆਪੋ ਆਪਣੇ ਗਰੁੱਪਾਂ ਦੇ ਵਿੱਚ ਔਰ ਕਾਫੀ ਬਹੁਤ ਫੇਮਸ ਜਿਹੜੀਆਂ ਪਰਸਨੈਲਿਟੀਆਂ ਜੋ ਖੇਤੀ ਦੇ ਨਾਲ ਸੰਬੰਧ ਰੱਖਦੀਆਂ ਉਹ ਇਸ ਨੂੰ ਸਾਂਝਾ ਕਰ ਰਹੀਆਂ। ਤਾਂ ਅਸੀਂ ਜਿਵੇਂ ਮਿਸਾਲ ਦੇ ਤੌਰ ਤੇ ਕਲਾਕਾਰ ਗੁਰਚੇਤ ਚਿੱਤਰਕਾਰ ਨੇ ਵੀ ਇਸ ਨੂੰ ਸਾਂਝਾ ਕੀਤਾ। ਤਾਂ ਉਸ ਦੇ ਵਿੱਚ ਜੋ ਅੰਕੜੇ ਦਿੱਤੇ ਉਹ ਬੜੇ ਹੈਰਾਨ ਕਰਨ ਵਾਲੇ ਆ। ਅੰਕੜਿਆਂ ਦੇ ਉੱਤੇ ਇੱਕ ਨਜ਼ਰ ਜ਼ਰੂਰ ਮਾਰਾਂਗੇ ਜਾਂਦੇ ਜਾਂਦੇ। ਸਾਲ 1993 ਦੇ ਵਿੱਚ ਬਾਸਮਤੀ ਜੋ 11-21 ਕਿਸਮ ਬਾਸਮਤੀ ਹੈ ਉਹ 2700 ਰੁਪਏ ਵਿਕਦੀ ਸੀ ਔਰ ਝੋਨਾ ਲਾਉਣ ਦੀ ਮਜ਼ਦੂਰੀ ਪ੍ਰਤੀ ਏਕੜ ਉਦੋਂ 300 ਰੁਪਏ ਪ੍ਰਤੀ ਏਕੜ ਸੀ। 1993 ਦੀ ਗੱਲ ਕਰ ਰਹੇ ਹਾਂ, ਤਕਰੀਬਨ 27 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ। ਘਾਹ ਫੂਸ ਵਗੈਰਾ ਕੱਢਣ ਦੀ ਮਜ਼ਦੂਰੀ ਉਦੋਂ 50 ਰੁਪਏ ਸੀ, ਡੀਜ਼ਲ 16 ਰੁਪਏ ਲੀਟਰ ਸੀ। ਔਰ ਹੁਣ 27 ਸਾਲ ਬਾਅਦ ਕਿੰਨਾ ਫਰਕ ਆਇਆ ਉਹ ਤੁਹਾਨੂੰ ਦਿਖਾਉਣੇ ਆ। ਦੁਬਾਰਾ ਦੱਸ ਦੇਣਾ 1993 ਜੋ ਇਹ ਜਸਵੰਤ ਸਿੰਘ ਹੋਣਾ ਦਾ ਲਿਖਿਆ ਹੋਇਆ ਜੋ ਹੈ ਉਹ ਤੁਹਾਨੂੰ ਉਹ ਅੰਕੜੇ ਅਸੀਂ ਸਾਂਝੇ ਕਰ ਰਹੇ ਹਾਂ। 1993 ਦੀ ਉਹ ਗੱਲ ਕਰਦੇ ਆ। 1993 ਦੇ ਵਿੱਚ ਬਾਸਮਤੀ ਜਿਹੜੀ 11-21 ਕਿਸਮ ਹੈ ਬਾਸਮਤੀ ਦੀ ਉਹਦੀ ਅਸੀਂ ਗੱਲ ਕਰ ਰਹੇ ਹਾਂ ਕਿ 1993 ਦੇ ਵਿੱਚ ਬਾਸਮਤੀ 11-21 2700 ਰੁਪਏ ਵਿਕਦੀ ਸੀ। ਝੋਨਾ ਲਾਉਣ ਦੀ ਮਜ਼ਦੂਰੀ ਪ੍ਰਤੀ ਏਕੜ ਉਦੋਂ 300 ਰੁਪਇਆ ਸੀਗੀ। ਘਾਹ ਫੂਸ ਵਗੈਰਾ ਕੱਢਣ ਦੀ ਮਜ਼ਦੂਰੀ ਉਦੋਂ 50 ਰੁਪਏ ਸੀਗੀ ਤੇ ਡੀਜ਼ਲ ਉਦੋਂ 16 ਰੁਪਏ ਲੀਟਰ ਸੀਗਾ। ਡੀਜ਼ਲ ਜਿਹੜਾ ਸਬਸਿਡੀ ਤੋਂ ਬਾਅਦ ਉਹ 16 ਰੁਪਏ ਲੀਟਰ 1993 ਦੇ ਵਿੱਚ ਕਿਸਾਨ ਨੂੰ ਮਿਲਦਾ ਸੀ ਔਰ 2700 ਰੁਪਏ 11-21 ਦੀ ਉਦੋਂ ਕੀਮਤ ਕਿਸਾਨ ਵਸੂਲਦਾ ਸੀ। ਹੁਣ 27 ਸਾਲ ਬਾਅਦ 2020 ਦੇ ਵਿੱਚ 2020 ਦੇ ਵਿੱਚ ਕੀ ਹਾਲਾਤ ਨੇ ਉਹਦੇ ਤੇ ਤੁਹਾਨੂੰ ਕੰਪੈਰੀਜ਼ਨ ਕਰਕੇ ਦੱਸ ਰਹੇ ਹਾਂ। ਕੰਪੈਰੀਜ਼ਨ ਕਹਿੰਦਾ ਕਿ 2020 ਦੇ ਵਿੱਚ ਝੋਨਾ 1700 ਰੁਪਏ ਤੋਂ 1950 ਰੁਪਏ ਤੇ ਬਾਸਮਤੀ ਜਿਹੜੀ ਸਿਰੇ ਦੀ ਬਾਸਮਤੀ ਹੈ ਵਧੀਆ ਉਹ 2500 ਰੁਪਏ ਵਿਕ ਰਹੀ ਹੈ। ਤਾਂ ਹੁਣ ਦੇਖੋ ਤੁਸੀਂ ਫਰਕ ਦੇਖੋ ਕਿ ਉਦੋਂ ਬਾਸਮਤੀ ਜਿਹੜੀ ਹੈ 2700 ਵਿਕ ਰਹੀ ਸੀ, ਅੱਜ 2500 ਵਿਕਦੀ ਹੈ। 200 ਰੁਪਏ ਬਾਸਮਤੀ ਘਟੀ ਹੈ, ਵਧੀ ਨਹੀਂ ਹੈ। 27 ਸਾਲ ਬਾਅਦ ਉਹਦੀ ਕੀਮਤ ਜਿਹੜੀ ਹੈ ਉਹ ਘਟੀ। ਉਹਦਾ ਇੱਕ ਕਾਰਨ ਹੁੰਦਾ ਇਕਨੋਮਿਕਸ ਜਿਹੜੀ ਹੈ ਇਹ ਕਹਿੰਦੀ ਹੈ ਕਿ ਜਿਹੜੀਆਂ ਨੈਸੈਸਿਟੀ ਗੁੱਡਸ ਹੁੰਦੀਆਂ, ਨੈਸੈਸਿਟੀ ਗੁੱਡਸ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਉਹਨਾਂ ਦੇ ਪ੍ਰਾਈਸਿਸ ਵਧਾਏ ਨਹੀਂ ਜਾ ਸਕਦੇ ਹੁੰਦੇ। ਇਸੇ ਕਰਕੇ MSPਆਂ ਜਿਹੜੀਆਂ ਤੈਅ ਕੀਤੀਆਂ ਜਾਂਦੀਆਂ ਉਹਦੇ ਵਿੱਚ ਬਹੁਤ ਵਾਧਾ ਸਰਕਾਰਾਂ ਨਹੀਂ ਕਰਦੀਆਂ ਕਿ ਕਣਕ ਜਾਂ ਝੋਨੇ ਦੇ ਵਿੱਚ ਬਹੁਤ ਜ਼ਿਆਦਾ ਜੇਕਰ ਵਾਧਾ ਕਰਤਾ ਤਾਂ ਉਹਦੇ ਨਾਲ ਓਵਰਆਲ ਇਕਨੋਮੀ ਦੇ ਫੂਡ ਪ੍ਰੋਡਕਟਸ ਜਿਹੜੇ ਉਹ ਮਹਿੰਗੇ ਹੋ ਜਾਂਦੇ ਆ। ਹਰੇਕ ਚੀਜ਼ ਸਾਡੇ ਮੁਲਕ ਦੇ ਵਿੱਚ ਝੋਨੇ ਤੇ ਕਣਕ ਦੇ ਉੱਤੇ ਜ਼ਿਆਦਾਤਰ ਨਿਰਭਰ ਕਰਦੀ ਹੈ। ਤਾਂ ਜੇ ਝੋਨਾ ਤੇ ਕਣਕ ਮਹਿੰਗਾ ਹੋਊਗਾ
ਤਾਂ ਫਿਰ ਬਾਕੀ ਫੂਡ ਪ੍ਰੋਡਕਟ ਮਹਿੰਗਾ ਹੁੰਦਾ ਤਾਂ ਮਹਿੰਗਾਈ ਆ ਜਾਂਦੀ ਉਹਦੇ ਨਾਲ। ਐਸੀ ਦਲੀਲ ਇਕਨੋਮਿਸਟ ਜਿਹੜੇ ਆ ਉਹ ਦਿੰਦੇ ਆ। ਇਸ ਕਰਕੇ ਝੋਨਾ ਤੇ ਕਣਕ ਜਿਹੜੀ ਆ ਬਹੁਤ ਜ਼ਿਆਦਾ ਮਹਿੰਗੀ ਨਹੀਂ ਕੀਤੀ ਜਾਂਦੀ ਹੁੰਦੀ। ਪਰ 1993 ਚ ਬਾਸਮਤੀ 11-21 ਜਿਹੜੀ ਹੈ ਉਹ 2700 ਰੁਪਏ ਵਿਕਦੀ ਸੀ, ਤਾਂ ਹੁਣ ਬਾਸਮਤੀ ਜਿਹੜੀ ਚੰਗੀ ਸਿਰੇ ਦੀ ਬਾਸਮਤੀ ਉਹ 2500 ਰੁਪਏ ਵਿਕ ਰਹੀ ਹੈ। ਆਮ ਝੋਨਾ ਜਿਹੜਾ ਹੈ ਉਹ 1700 ਤੋਂ 1950 ਰੁਪਏ ਤੱਕ ਜਿਹੜਾ ਉਹ ਵਿਕਦਾ ਹੈ। ਝੋਨਾ ਲਾਉਣ ਦੀ ਮਜ਼ਦੂਰੀ ਹੁਣ ਜਿਹੜੀ ਹੈ, ਜਿਹੜੀ ਪਹਿਲਾਂ 1993 ਚ ਅਸੀਂ 300 ਰੁਪਏ ਏਕੜ ਦੱਸੀ ਸੀ, ਉਹ ਹੁਣ 4000 ਰੁਪਏ ਏਕੜ ਹੋ ਗਈ ਹੈ। ਤਾਂ ਤੁਸੀਂ ਸੋਚੋ ਕਿ ਕਿੰਨੇ ਗੁਣਾ, ਲਗਭਗ 12-13 ਗੁਣਾ ਜਿਹੜੀ ਹੈ ਉਹ ਝੋਨਾ ਲਵਾਉਣ ਦੀ ਮਜ਼ਦੂਰੀ ਵੱਧ ਗਈ ਹੈ। 4000 ਰੁਪਏ ਉਹ ਮਜ਼ਦੂਰੀ ਹੋ ਗਈ ਹੈ। ਘਾਹ ਫੂਸ ਕੱਢਣ ਦੀ ਮਜ਼ਦੂਰੀ ਜਿਹੜੀ 50 ਰੁਪਏ ਹੁੰਦੀ ਸੀ 93 ਚ, ਉਹ ਹੁਣ 350 ਰੁਪਏ ਹੈ। ਡੀਜ਼ਲ ਜਿਹੜਾ ਉਦੋਂ 16 ਰੁਪਏ ਲੀਟਰ ਹੋਇਆ ਕਰਦਾ ਸੀ, ਉਹ ਹੁਣ 82 ਰੁਪਏ ਲੀਟਰ ਹੋ ਗਿਆ। ਤਾਂ ਤੁਸੀਂ ਆਪ ਸੋਚੋ ਕਿ ਕਿਸਾਨ ਕਿਉਂ ਮਰ ਰਿਹਾ। ਉਹ ਲਿਖਦੇ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਕਿ ਕਿਸਾਨਾਂ ਦੀ 2022 ਦੇ ਵਿੱਚ ਆਮਦਨ ਦੁੱਗਣੀ ਕਰ ਦਿਆਂਗੇ ਤੇ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰਕੇ ਕਿਸਾਨਾਂ ਦੀ ਆਮਦਨ ਡਬਲ ਕਿਵੇਂ ਹੋਏਗੀ। ਇਹ ਦੋਗਲਾਪਨ ਹੈ। ਤੇ ਇਹ ਪੋਸਟ ਜਿਹੜੀ ਹੈ ਸਾਨੂੰ ਇੱਕ ਕੰਪੈਰੀਜ਼ਨ ਦਿੰਦੀ ਕਿ 27 ਸਾਲ ਪਹਿਲਾਂ ਜੋ ਖਰਚਾ ਤਕਰੀਬਨ 300 ਰੁਪਇਆ ਏਕੜ ਮਜ਼ਦੂਰੀ, 50 ਰੁਪਏ ਜਿਹੜੀ ਹੈ ਉਹ ਘਾਹ ਫੂਸ ਦੀ ਸੀਗੀ, 16 ਰੁਪਏ ਡੀਜ਼ਲ ਸੀਗਾ, ਹੁਣ ਉਹ ਲਗਭਗ ਦੁੱਗਣੇ ਨਹੀਂ ਤਿੱਗਣੇ ਨਹੀਂ 10-10 12-12 ਗੁਣਾ ਵੱਧ ਗਏ। ਔਰ ਜਿਹੜਾ ਮੁੱਲ ਲਿਆ ਜਾਂਦਾ ਸੀਗਾ ਉਹ ਘਟਿਆ ਹੀ ਹੈ, ਵਧਿਆ ਨਹੀਂ ਹੈ। ਤਾਂ ਫਿਰ ਕਿਸਾਨ ਦੇ ਹਾਲਾਤ ਕੈਸੇ ਹੋਣਗੇ ਇਹ ਤੁਸੀਂ ਆਪ ਸੋਚ ਸਕਦੇ ਹੋ। ਇਸੇ ਕਰਕੇ ਘਾਟੇ ਦਾ ਸੌਦਾ। ਖੇਤ ਮਜ਼ਦੂਰ ਇਹਦੇ ਨਾਲ ਕਨੈਕਟਡ ਹੈ। ਖੇਤ ਮਜ਼ਦੂਰ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ। ਖੇਤ ਮਜ਼ਦੂਰ ਕਿਸਾਨ ਦੇ ਨਾਲ ਸੰਬੰਧਿਤ ਹੈ, ਖੇਤੀ ਦੇ ਨਾਲ ਸੰਬੰਧਿਤ ਹੈ, ਔਰ ਉਹਦੀ ਵਿੱਤੀ ਹਾਲਾਤ ਦੇ ਵਿੱਚ ਕੋਈ ਫਰਕ ਨਹੀਂ ਆ ਰਿਹਾ। ਉਹਦੇ ਕੋਲ ਕੋਈ ਆਲਟਰਨੇਟ ਵਰਕ ਨਹੀਂ, ਆਲਟਰਨੇਟ ਕੰਮ ਨਹੀਂ ਹੈ। ਮਨਰੇਗਾ ਤੇ ਬਹੁਤ ਜ਼ਿਆਦਾ ਜਿਹੜੀਆਂ ਔਰਤਾਂ ਉਹਨਾਂ ਦੀਆਂ ਕੰਮ ਕਰਦੀਆਂ ਨੇ, ਫਿਰ ਉਸ ਤੋਂ ਬਾਅਦ ਉਹ ਜਾ ਕੇ ਖੇਤਾਂ ਦੇ ਵਿੱਚ ਵੀ ਕੰਮ ਕਰਦੇ ਆ, ਤਾਂ ਮੁਸ਼ਕਲ ਦੇ ਨਾਲ ਦਿਹਾੜੀ ਦਾ 400-500 ਰੁਪਇਆ ਉਹ ਕਮਾਉਂਦੇ ਆ ਉਹ ਲੋਕ। ਐਵਰੇਜ ਪੈਂਦੀ ਹੈ ਮਹੀਨੇ ਦੀ, ਜੇ ਐਵਰੇਜ ਗੱਲ ਕਰੀਏ ਤਾਂ ਉਹਦੇ ਵਿੱਚ ਉਹ ਕਰਜ਼ਾ ਲੈ ਲੈਂਦੇ ਆ। ਕਰਜ਼ਾ ਲੈਣ ਤੋਂ ਬਾਅਦ ਮੋੜਿਆ ਨਹੀਂ ਜਾਂਦਾ। ਮਾਈਕਰੋ ਫਾਈਨਾਂਸ ਕੰਪਨੀਆਂ ਵਿਆਜ ਤੇ ਵਿਆਜ ਲਾਉਂਦੀਆਂ, ਬਲੈਂਕ ਚੈੱਕ ਲੈ ਜਾਂਦੇ ਆ। ਕਈ ਵਾਰੀ ਦੂਜੀਆਂ ਸਟੇਟਾਂ 'ਚ ਜਾ ਕੇ ਉਹਨਾਂ ਬਲੈਂਕ ਚੈੱਕਾਂ ਨੂੰ ਲਾ ਦਿੱਤਾ ਜਾਂਦਾ, ਬਾਉਂਸ ਕਰਾ ਕੇ ਫਿਰ ਕੇਸ ਕਰ ਦਿੱਤੇ ਜਾਂਦੇ ਆ। ਕੇਸ ਕਰਨ ਤੋਂ ਬਾਅਦ ਫਿਰ ਉਹ ਲੋਕ ਉਲਝ ਜਾਂਦੇ ਆ ਤੇ ਫਿਰ ਬਹੁਤ ਸਾਰੇ ਲੋਕ ਕੋਈ ਸੁਸਾਈਡ ਕਰਦਾ ਜਾਂ ਫਿਰ ਉਹ ਹੋਰ ਕ੍ਰਾਈਮ ਰੇਟ ਦੇ ਵਿੱਚ ਵਾਧਾ ਹੁੰਦਾ, ਔਰ ਉਹਨਾਂ ਦੇ ਵਿੱਤੀ ਹਾਲਾਤ ਜਿਹੜੇ ਆ ਉਹ ਮਾੜੇ ਤੋਂ ਮਾੜੇ ਹੁੰਦੇ ਜਾ ਰਹੇ। ਇਸ ਬਾਰੇ ਨਾ ਸੋਚਿਆ ਜਾ ਰਿਹਾ, ਨਾ ਸਮਝਿਆ ਜਾ ਰਿਹਾ, ਨਾ ਉਹਨਾਂ ਨੂੰ ਆਲਟਰਨੇਟ ਵਰਕ ਦਿੱਤਾ ਜਾ ਰਿਹਾ, ਨਾ ਹੀ ਇਹ ਲੋਕ ਆਪਦੇ ਬੱਚਿਆਂ ਨੂੰ ਕੈਨੇਡਾ, ਆਸਟ੍ਰੇਲੀਆ, UK ਪੜ੍ਹਾਉਣ ਭੇਜ ਸਕਦੇ। ਇਹਨਾਂ ਕੋਲੇ 16 ਲੱਖ ਰੁਪਇਆ ਏਜੰਟਾਂ ਨੂੰ ਦੇਣ ਵਾਸਤੇ ਨਹੀਂ ਹੈਗਾ। ਤਾਂ ਫਿਰ ਆਫਟਰ ਆਲ ਇਹ ਲੋਕ ਕਿੱਥੇ ਜਾਣਗੇ? ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰ ਨੇ, ਜਿਵੇਂ ਖੇਤੀ ਦਾ ਨਿਘਾਰ ਆ ਰਿਹਾ, ਤਾਂ ਇਹ ਲੋਕ ਅਕਸਰ ਇਹਨਾਂ ਨੇ ਕੋਈ ਤਾਂ ਹੱਲ ਕੱਢਣਾ ਹੈ, ਤਾਂ ਇਹ ਕਿੱਥੇ ਜਾਣਗੇ? ਔਰ ਜਦੋਂ ਇਹ ਪ੍ਰਦਰਸ਼ਨ ਕਰਦੇ ਆ ਤਾਂ ਬਹੁਤ ਸਾਰੇ ਸਿਆਣੇ ਥੱਲੇ ਲਿਖ ਰਹੇ ਹੁੰਦੇ ਆ ਕਮੈਂਟਾਂ 'ਚ ਕਿ ਲੋਨ ਪੁੱਛ ਕੇ ਲਿਆ ਸੀ ਉਦੋਂ ਨਾ ਲੈਂਦੇ। ਤਾਂ ਬਹੁਤ ਲੋਨ ਜਿਹੜਾ ਹੈ ਉਹ ਇਸ ਅੱਜ ਦਾ ਜਿਹੜਾ ਇਹਨੂੰ ਕਹਿ ਸਕਦੇ ਕਿ ਇਕਨੋਮਿਕਲ ਟੈਰਰਿਜ਼ਮ ਜਿਹੜਾ ਮੁਲਕ ਦੇ ਵਿੱਚ ਚੱਲ ਰਿਹਾ, ਮੁਲਕ ਨਹੀਂ ਪੂਰੀ ਦੁਨੀਆ ਗਲੋਬਲੀ ਚੱਲ ਰਿਹਾ ਹੈ, ਇਹਨੂੰ ਇਕਨੋਮਿਕ ਟੈਰਰਿਜ਼ਮ ਕਿਹਾ ਜਾ ਸਕਦਾ ਹੈ ਕਿ ਜਦੋਂ ਤੁਹਾਨੂੰ ਬਹੁਤ ਈਜ਼ੀ ਲੋਨਸ ਪ੍ਰੋਵਾਈਡ ਕਰਾ ਦਿੱਤੇ ਜਾਂਦੇ ਆ ਤੇ ਫਿਰ ਤੁਹਾਨੂੰ ਫਸਾ ਲਿਆ ਜਾਂਦਾ। ਕਈ ਵਾਰ ਸਾਨੂੰ ਜ਼ਰੂਰਤ ਨਹੀਂ ਵੀ ਹੁੰਦੀ, ਜਿਵੇਂ ਕ੍ਰੈਡਿਟ ਕਾਰਡਾਂ 'ਚ ਬਹੁਤ ਸਾਰੇ ਲੋਕ ਫਸ ਜਾਂਦੇ ਆ, ਉਸੇ ਤਰ੍ਹਾਂ ਈਜ਼ੀ ਲੋਨ ਤੁਹਾਨੂੰ ਉਹ ਟਰੈਪ ਦੇ ਵਿੱਚ ਫਸਾਉਂਦਾ ਤੇ ਫਿਰ ਬਾਅਦ 'ਚ ਫਾਈਨੈਂਸ ਕੰਪਨੀਆਂ ਤੁਹਾਡੇ ਤੋਂ ਪੈਸਾ ਉਗਰਾਉਣ ਖਾਤਰ ਤੁਹਾਡੇ ਤੇ ਕੇਸ ਦਿੰਦੀਆਂ। ਔਰਤਾਂ ਦੇ ਜ਼ਿਆਦਾਤਰ ਚੈੱਕ ਲਏ ਜਾਂਦੇ ਆ। ਉਦੋਂ ਜਦੋਂ ਲੋੜ ਪੈਂਦੀ ਹੈ ਉਦੋਂ ਹਰ ਕੋਈ ਹੱਥ ਹੇਠ ਫੜਾ ਦਿੰਦਾ ਕਿ ਆ ਲਓ ਕਰ ਦਿਓ ਸਾਡਾ ਲੋਨ, ਔਰ ਪੈਸੇ ਦੀ ਤੁਰੰਤ ਜ਼ਰੂਰਤ ਹੈ। ਬਹੁਤਿਆਂ ਤੋਂ ਮੋੜੇ ਨਹੀਂ ਜਾਂਦੇ ਤੇ ਫਿਰ ਜ਼ਲਾਲਤ ਹੁੰਦੀ ਹੈ। ਸਰਕਾਰਾਂ ਪੋਪੂਲਿਸਟ ਵਾਅਦੇ ਕਰਕੇ ਆ ਜਾਂਦੀਆਂ ਕਿ ਅਸੀਂ ਇਹ ਕਰਜ਼ੇ ਮਾਫ ਕਰ ਦਿਆਂਗੇ, ਪਰ ਜਿਸ ਤਰ੍ਹਾਂ ਅਸੀਂ ਕੰਪੈਰੀਜ਼ਨ ਦੱਸਿਆ ਤੁਹਾਨੂੰ ਕਿ 1993 ਦੇ ਵਿੱਚ ਕੀ ਹਾਲਾਤ ਜਿਸ ਤਰ੍ਹਾਂ ਦੱਸੇ ਨੇ ਔਰ ਹੁਣ ਦੇ ਕੀ ਹਾਲਾਤ ਨੇ, ਉਹ ਦੇਖ ਕੇ ਉਹ ਸੁਣ ਕੇ ਤੁਹਾਨੂੰ ਇੱਕ ਆਈਡੀਆ ਹੋ ਗਿਆ ਹੋਣਾ ਹੈ ਕਿ ਕਿਸਾਨੀ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਆ। ਕਿਸਾਨ ਕਿਉਂ ਕਦੇ ਟਰੈਕਟਰ ਰੈਲੀਆਂ ਕਰ ਰਿਹਾ ਜਾਂ ਫਿਰ ਸੜਕਾਂ ਤੇ ਆ ਰਿਹਾ, ਖੇਤ ਮਜ਼ਦੂਰ ਜਿਹੜਾ ਉਹ ਟੈਂਟ ਲਾ ਕੇ ਆਪਦਾ ਸੰਗ ਪਾੜਦਾ, ਉਹਦਾ ਜੀ ਨਹੀਂ ਕਰਦਾ ਪਰ ਉਹ ਮਜਬੂਰ ਹੈ। ਇਸ ਪੇਸ਼ਕਸ਼ 'ਚ ਇੰਨਾ ਹੀ। ਇਹ ਰਿਪੋਰਟ ਸਾਡੀ ਜੋ ਸਾਂਝੇ ਤੌਰ ਦੇ ਉੱਤੇ ਮੋਗਾ ਤੋਂ ਰਿਪੋਰਟਰ ਜੋਗਿੰਦਰ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ।